Hello student of class 11th. Today we are going to start the chapter 6 of your panorama book of section A. The earth is not ours. This chapter is actually an speech by Kofi Annan, who is the president of United Nations at that time. ਇਹ ਇੱਕ ਕਾਫੀ ਐਨਨ ਦੁਆਰਾ ਦਿੱਤੇ ਗਏ ਭਾਸ਼ਣ ਦਾ ਸਰੂਪ ਹੈ ਜਿਹੜਾ ਕਿ ਯੂਨਾਈਟਿਡ ਨੇਸ਼ਨ ਵਿੱਚ ਉਸ ਸਮੇਂ ਦਾ ਪ੍ਰਧਾਨ ਸੀਗਾ, ਉਸ ਸਮੇਂ ਦਾ ਪ੍ਰੈਜ਼ੀਡੈਂਟ ਸੀਗਾ। Kofi Annan was born on April 8, 1938. He was a diplomat. He was the 7th Secretary General of the United Nations. He received the Nobel Prize for in the year 2001. The Earth is Not Over is a speech by Kofi Annan during his speech in the 55th anniversary of an United Nation. In his speech, we will discuss here the summary of that speech. In his speech, he says that that we live in the world that is interconnected as never before. One is which group and individual interact more and more freely across border. It is called the globalization. ਉਸ ਸਮੇਂ ਕੋਫੀ ਐਨਨ ਨੇ ਦੇ ਆਪਣੇ ਸੈਸ਼ਨ ਦੇ ਵਿੱਚ ਇਨਾਗਰੇਸ਼ਨ ਸੈਸ਼ਨ ਸੀਗਾ ਉਸ ਦਾ, ਅਤੇ ਉਸ ਦੇ ਵਿੱਚ ਉਸ ਨੇ ਕਿਹਾ ਕਿ ਅਸੀਂ ਜਿਹੜੇ ਇਸ ਦੁਨੀਆ ਵਿੱਚ ਰਹਿ ਰਹੇ ਹੈਗੇ, ਇਹ ਅਸੀਂ ਇੱਕ ਇੰਟਰਕਨੈਕਟਡ ਦੇਸ਼ਾਂ ਦੇ ਨਾਲ ਕਨੈਕਟ ਕਰ ਰਹੇ ਹੈ। ਬਾਰਡਰਾਂ ਦਾ ਇਹਦੇ ਵਿੱਚ ਕੋਈ ਸੰਬੰਧ ਨਹੀਂ ਹੈ। ਇਸ ਨੂੰ ਹੀ ਅਸੀਂ ਗਲੋਬਲਾਈਜੇਸ਼ਨ ਜਾਂ ਫਿਰ ਵਿਸ਼ਵੀਕਰਨ ਕਹਿੰਦੇ ਹਨ। ਕੋਫੀ ਐਨਨ ਅੱਗੇ ਕਹਿੰਦਾ ਹੈ, globalization is a new trend. It has its danger as well as benefit. Its dangers are crime, narcotics, terrorism, disease, smuggling of weapons. ਕੋਫੀ ਐਨਨ ਕਹਿੰਦਾ ਹੈ ਕਿ ਵਿਸ਼ਵੀਕਰਨ ਦੇ ਨਾਲ ਕਿ ਇਹਦੇ ਫਾਇਦੇ ਵੀ ਹੈਗੇ ਅਤੇ ਇਹਦੇ ਨੁਕਸਾਨ ਵੀ ਹੈਗੇ। ਇਹਦੇ ਨੁਕਸਾਨ ਇਹ ਹੈ ਕਿ ਇਸ ਦੇ ਨਾਲ ਕ੍ਰਾਈਮ ਵੱਧ ਜਾਂਦਾ ਹੈ। ਇਹਦੇ ਨਾਲ ਨੈਰੋਟਿਕਸ ਨਸ਼ੀਲੀ ਦਵਾਈਆਂ ਦਾ ਸੇਵਨ ਵੱਧ ਸਕਦਾ ਹੈ, ਜਾਂ ਹੈ ਨਾ ਵੈਪਨਸ ਹਥਿਆਰਾਂ ਦਾ ਸਮਗਲਿੰਗ ਵੱਧ ਜਾਂਦੀ ਹੈ, ਅਤੇ ਹੋਰ ਵੀ ਬਹੁਤ ਸਾਰੀ ਡਿਸੀਜ਼ਸ ਹੈਗੇ ਜਿਹਦੇ ਨਾਲ ਇਹ ਵੱਧ ਸਕਦਾ। ਵਿਸ਼ਵੀਕਰਨ ਨਾਲ ਜਿਹੜੀ ਹੈਗੇ ਡਿਸੀਜ਼ ਜਿਹੜੀ ਹੈਗੀ ਹੈ, ਜਿਹੜੀ ਬਿਮਾਰੀਆਂ ਹੈ ਇੱਕ ਦੇਸ਼ ਤੋਂ ਦੂਸਰੇ ਦੇਸ਼ ਜਾ ਰਹੀ ਹੈ। ਜਿਵੇਂ ਕਿ ਹੁਣ ਆਪਾਂ ਦੇਖ ਹੀ ਰਹੇ ਹੈਗੇ ਆ, ਕਰੋਨਾ ਕਰਕੇ ਇੱਕ ਦੇਸ਼ ਤੋਂ ਚੱਲ ਕੇ ਦੂਸਰੇ ਦੇਸ਼ ਵਿੱਚ ਕਿਸ ਤਰ੍ਹਾਂ ਕਰਦੀ ਇਹ ਪੂਰੇ ਦੁਨੀਆ ਦੇ ਵਿੱਚ ਹੀ ਫੈਲ ਗਈ ਹੈ। ਇਹ ਵਿਸ਼ਵੀਕਰਨ ਦਾ ਹੀ ਰਿਸ਼ਤਾ ਹੈ, ਗਲੋਬਲਾਈਜੇਸ਼ਨ ਦੀ ਹੀ ਪ੍ਰੋਬਲਮ ਹੈਗੀ ਹੈ, ਜਿਹੜੀ ਕਿ ਕੋਫੀ ਐਨਨ ਨੇ ਕਈ ਸਦੀਆਂ ਸਮੇਂ 10-20 ਸਾਲ ਪਹਿਲੇ ਆਪਾਂ ਨੂੰ ਸਾਰੀ ਦੱਸਦੀ ਸੀ। ਕੋਫੀ ਐਨਨ also group global issue under 3 headings, each of which is related to fundamental human freedom from want, freedom from fear, and freedom from future generation to sustain their lives on this planet. ਕੋਫੀ ਐਨਨ ਨੇ ਗਲੋਬਲ ਇਸ਼ੂ ਦੇ 3 ਮੁੱਦਿਆਂ ਉੱਤੇ ਬਹੁਤ ਵਧੀਆ ਢੰਗ ਨਾਲ ਕੀਤੀ ਹੈ। ਉਹਨੇ ਪਹਿਲੀ ਗੱਲ ਉਹਨੇ ਕੀਤੀ ਹੈ ਫਰੀडम ਫॉर ਵਾਂਟ, ਦੂਸਰੀ ਹੈਗੀ ਫਰੀडम ਫॉर ਫੀਅਰ, ਐਂਡ ਫਰੀडम ਆਫ ਫਿਊਚਰ। 3 ਪੁਆਇੰਟਸ 'ਤੇ ਉਹਨੇ ਇਹਦੇ ਬੈਨੀਫਿਟਸ ਨੂੰ, ਇਹਦੇ ਫਾਇਦਿਆਂ ਨੂੰ, ਗਲੋਬਲਾਈਜੇਸ਼ਨ ਦੇ ਨੂੰ ਉਜਾਗਰ ਕੀਤਾ ਹੈ। ਫਸਟ ਆਫ ਆਲ Kofi Annan talks about the freedom from want. He said at present half of the human race is living in poverty. ਇਸ ਸਮੇਂ ਉਹ ਕਹਿੰਦਾ ਹੈ ਕਿ ਜਿਹੜੇ ਅੱਧੀ ਤੋਂ ਜ਼ਿਆਦਾ ਦੁਨੀਆ ਹੈਗੀ ਹੈ ਉਹ ਗਰੀਬੀ ਰੇਖਾ ਤੋਂ ਥੱਲੇ ਰਹਿ ਰਹੀ ਹੈ। We call human beings free and equal in dignity when over a billion people are struggling and get even 2 meals day. ਆਪਾਂ ਦੇਖ ਰਹੇ ਕਿ ਆਪਾਂ ਨੂੰ 2 ਦਿਨ ਦੀ ਦੋ ਸਮੇਂ ਦਾ ਖਾਣਾ ਵੀ ਕਈ ਲੋਕਾਂ ਨੂੰ ਨਸੀਬ ਨਹੀਂ ਹੁੰਦਾ। ਬਹੁਤ ਸਾਰੇ ਬਿਲੀਅਨਸ ਆਫ ਪੀਪਲਸ ਆਰ ਦੇਅਰ ਹੂ ਡਜ਼ ਨੋਟ ਰਿਸੀਵ 2 times meals. ਠੀਕ ਹੈ, ਦੇ ਹੈਵ ਨੋ ਲਿਵ ਵਿਦਾਊਟ ਸੇਫ ਡਰਿੰਕਿੰਗ ਵਾਟਰ ਐਂਡ ਲਿਵ ਇਨ ਏ ਪੂਅਰ ਸੈਨੇਟਰੀ ਕੰਡੀਸ਼ਨ। ਉਹਨਾਂ ਨੂੰ ਪੀਣ ਦੇ ਪਾਣੀ ਵੀ ਸਹੀ ਢੰਗ ਨਾਲ ਸਾਫ਼ ਸੁਥਰਾ ਨਹੀਂ ਮਿਲਦਾ ਹੈ। ਕੋਫੀ ਐਨਨ ਨੇ ਅੱਗੇ ਦੱਸਿਆ ਹੈਗਾ ਕਿ ਸੈਕੰਡਲੀ ਹੀ ਟਾਕਸ ਅਬਾਊਟ ਦਾ ਫਰੀडम ਫਰੋਮ ਫੀਅਰ ਆਫ ਵਾਰ।
ਠੀਕ। ਅੱਜ ਕੱਲ੍ਹ ਜਿਵੇਂ ਬਹੁਤ ਪਹਿਲੇ ਜ਼ਮਾਨੇ 'ਚ ਕੀ ਹੁੰਦਾ ਸੀਗਾ, ਬਹੁਤ ਸਾਰੇ ਦੇਸ਼ਾਂ ਵਿੱਚ ਆਪਸੀ ਯੁੱਧ ਹੁੰਦਾ ਸੀਗਾ, ਪਰ ਨਾਓ ਕੀ ਹੁੰਦਾ, ਇੰਟਰਨਲ ਵਾਰਸ ਹੁੰਦੀ ਹੈ ਦੇਸ਼ਾਂ ਦੇ ਵਿਚਕਾਰ। ਕੀ ਹੁੰਦੀ ਹੈ, ਇੰਟਰਨਲ ਵਾਰਸ ਹੁੰਦੇ ਉਹਨਾਂ ਛੋਟੇ ਛੋਟੇ ਝਗੜਿਆਂ ਦੇ ਪਿੱਛੇ ਹੀ ਆਪਸ ਵਿੱਚ ਲੜਾਈ ਹੁੰਦੀ ਰਹਿੰਦੀ ਹੈ, ਜਿਹਨੂੰ ਆਪਾਂ ਟੈਰਰਿਜ਼ਮ ਦਾ ਰੂਪ ਵੀ ਕਹਿ ਸਕਦੇ ਹਾਂ। ਮੋਸਟ ਆਫ ਦਾ ਕੌਨਫਲਿਕਟ ਹੈਪਨ ਪੂਅਰ ਕੰਟਰੀਜ਼, ਜਿਹੜੀ ਪੂਅਰਸ ਕੰਟਰੀਜ਼ ਹੁੰਦੀਆਂ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਸਥਿਤੀ ਹਮੇਸ਼ਾ ਹੀ ਬਣੀ ਰਹਿੰਦੀ ਹੈਗੀ ਹੈ, ਅਤੇ ਉੱਥੇ ਗ੍ਰਹਿ ਯੁੱਧ ਦੀ ਸਮੱਸਿਆ, ਇੰਟਰਨਲ ਵਾਰਸ ਹਮੇਸ਼ਾ ਚੱਲਦੀ ਰਹਿੰਦੀ ਹੈਗੀ। ਵੀ ਸਟਿਲ ਲਿਵ ਅੰਡਰ ਦਾ ਸ਼ੈਡੋ ਆਫ ਏ ਵੈਪਨ ਆਫ ਮਾਸ ਡਿਸਟਰਕਸ਼ਨ। ਹਥਿਆਰਾਂ ਦੀ ਛਾਵਾਂ ਦੇ ਥੱਲੇ ਕੋਫੀ ਐਨਨ ਕਹਿੰਦਾ ਹੈ ਕਿ ਅਸੀਂ ਸਾਰੇ ਦੇ ਸਾਰੇ ਇੱਕ ਹਥਿਆਰਾਂ ਦੀ ਛਾਂ ਥੱਲੇ ਰਹਿੰਦੇ ਆ, ਜਿਹਦੇ ਵਿੱਚ ਜ਼ਿੰਦਗੀ ਜਿਹੜੀ ਹੈਗੀ ਹੈ ਸੇਫ ਨਹੀਂ ਹੁੰਦੀ। ਦ ਥਰਡ ਫੰਡਾਮੈਂਟਲ ਫਰੀडम ਇਜ਼ ਦਾ ਫਰੀडम ਆਫ ਫਿਊਚਰ ਜਨਰੇਸ਼ਨ ਟੂ ਸਸਟੇਨ ਦੇਅਰ ਲਾਈਵਸ ਔਨ ਹਿਸ ਪਲੈਨਟ। ਤੀਜਾ ਫੰਡਾਮੈਂਟਲ ਰਾਈਟਸ ਉਹਨੇ ਦੱਸਿਆ ਹੈਗਾ ਕਿ ਫਰੀडम ਫਿਊਚਰ ਜਿਹੜੀ ਆਉਣ ਵਾਲੀ ਜਨਰੇਸ਼ਨ ਹੈਗੀ ਹੈ ਉਹਨਾਂ ਨੂੰ ਜੀਣ ਲਈ ਆਪਾਂ ਨੂੰ ਰਾਹ ਬਣਾਉਣਾ ਚਾਹੀਦਾ। ਜਿਹੜਾ ਆਪਣਾ ਟੌਪਿਕ ਦਾ ਚੈਪਟਰ ਦਾ ਟੌਪਿਕ ਹੈਗਾ ਦ ਅਰਥ ਇਜ਼ ਨੋਟ ਨੀਅਰ, ਉਹ ਇਸ ਪੁਆਇੰਟ ਨਾਲ ਹੀ ਮੇਨਲੀ ਕੰਸਰਨ ਕਰਦਾ ਹੈ ਕਿ ਜਿਹੜੀ ਉਹ ਅਰਥ ਹੈਗੀ ਹੈ, ਜਿਹੜੀ ਆ ਪ੍ਰਿਥਵੀ ਹੈਗੀ ਹੈ, ਜਿਹੜਾ ਪਲੈਨਟ ਹੈਗਾ ਉਹ ਆਪਣੇ ਨਹੀਂ, ਸਾਡੀ ਨਹੀਂ ਹੈਗੀ, ਸਾਡੀ ਆਉਣ ਵਾਲੀ ਜਨਰੇਸ਼ਨ ਦੀ ਵਿਰਾਸਤ ਹੈਗੀ ਹੈ, ਅਤੇ ਆਪਾਂ ਨੂੰ ਇਹਨੂੰ ਬਚਾ ਕੇ ਰੱਖਣਾ ਚਾਹੀਦਾ। ਵੀ ਸ਼ੁੱਡ ਡੂ ਨੋਟ ਵੇਸਟ ਦ ਓਵਰਸ ਰਿਸੋਰਸਿਸ, ਹੈ ਨਾ। ਆਪਾਂ ਨੂੰ ਟਰੀਜ਼ ਨਹੀਂ ਡੀਫੋਰੈਸਟ੍ਰੇਸ਼ਨ ਨਹੀਂ ਕਰਨੀ ਚਾਹੀਦੀ, ਟਰੀਜ਼ ਨਹੀਂ ਕੱਟਣੇ ਚਾਹੀਦੇ ਹੈਗੇ। ਪੋਲਿਊਸ਼ਨਸ ਨਾਲ ਹੁਣ ਆਉਣ ਵਾਲੀ ਪੀੜ੍ਹੀਆਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਏਗਾ। ਵੀ ਮਸਟ ਪ੍ਰੀਜ਼ਰਵ ਓਵਰ ਫੋਰੈਸਟ, ਫਿਸ਼ਰੀਜ਼ ਐਂਡ ਡਾਇਵਰਸਿਟੀ ਆਫ ਲਿਵਿੰਗ ਆਬਜੈਕਟ, ਹੈ ਨਾ। ਵੱਖ ਵੱਖ ਜਿਹੜੀ ਆਪਣੀ ਕਈ ਕਿਰਿਆਵਾਂ ਹੈਗੀਆਂ ਜਿਹਦੇ ਨਾਲ ਕਿ ਕਈ ਤਰ੍ਹਾਂ ਦੇ ਜਿਹੜੇ ਜੀਵ ਹੈਗੇ ਆ ਉਹ ਖਤਮ ਹੁੰਦੇ ਜਾ ਰਹੇ। ਦੇ ਆਰ ਆਲਸੋ ਕੋਲੈਪਸਿੰਗ ਅੰਡਰ ਦਾ ਪ੍ਰੈਸ਼ਰ ਆਫ ਹਿਊਮਨ ਕੰਜ਼ਿਊਮਸ਼ਨ ਐਂਡ ਡਿਸਕ੍ਰਿਪਸ਼ਨ। ਜਿਵੇਂ ਮੈਂ ਆਪਾਂ ਤਰੱਕੀ ਜੀ ਕਰ ਰਹੇ ਹਾਂ, ਉਸ ਤਰ੍ਹਾਂ ਹੀ ਆਪਣਾ ਕੀ ਹੋ ਰਿਹਾ ਹੈ ਨਾ, ਆਪਣੀ ਪ੍ਰਿਥਵੀ ਦਾ ਨਾਸ਼ ਹੁੰਦਾ ਜਾ ਰਿਹਾ ਹੈਗਾ। ਪ੍ਰਿਥਵੀ ਦੇ ਜਿਹੜੇ ਰਿਸੋਰਸਿਸ ਹੈ ਉਹ ਖਤਮ ਹੁੰਦੇ ਜਾ ਰਹੇ। ਜਿਵੇਂ ਜਿਸ ਤਰ੍ਹਾਂ ਵੀ ਵਿਲ ਈਜ਼ਲੀ ਸੀ ਐਜ਼ ਦਾ ਇੰਕਰੀਜ਼ ਇਨ ਦੀ ਪੋਲਿਊਸ਼ਨ ਔਰ ਕਾਜ਼ਸ ਡਿਫਰੈਂਟ ਟਾਈਪਸ ਆਫ diseases to us, ठीक है। in short we need a ethic of the stewardship, we need regulate and incentive to discourage the pollution। ਆਪਾਂ ਨੂੰ ਕੀ ਕਹਿ ਰਿਹਾ ਕਿ ਕੋਫੀ ਐਨਨ ਕਹਿੰਦੇ ਆ ਕਿ ਸਾਨੂੰ ਪੋਲਿਊਸ਼ਨ ਨੂੰ ਘਟਾਉਣਾ ਚਾਹੀਦਾ ਹੈ। ਜਿਹੜੇ ਨੋਨ ਰੀਨਿਊਏਬਲ ਸੋਰਸਿਸ ਹੁੰਦੇ ਹੈਗੇ ਆ ਉਹਨਾਂ ਦੀ ਓਵਰ ਕੰਜ਼ਿਊਮਸ਼ਨਸ ਨੂੰ ਘਟਾਉਣਾ ਚਾਹੀਦਾ ਹੈ, ਉਹਨਾਂ ਨੂੰ ਲੋੜ ਦੇ ਮੁਤਾਬਿਕ ਹੀ ਵਰਤਣਾ ਚਾਹੀਦਾ ਹੈ। ਤੀਜਾ ਉਹ ਕਹਿੰਦੇ ਆ ਐਂਡ ਟੂ ਇਨਕਰੇਜ ਦਾ ਇਨਵਾਇਰਮੈਂਟ ਫਰੈਂਡਲੀ ਪ੍ਰੈਕਟਿਸ, ਅਤੇ ਜਿਹੜੇ ਚੀਜ਼ਾਂ ਇਨਵਾਇਰਮੈਂਟ ਲਈ ਲਾਭਦਾਇਕ ਹੈਗੀਆਂ ਸਿਰਫ ਉਹੀ ਕੰਮ ਕਰਨੇ ਚਾਹੀਦੇ ਹੈ। ਇਨਵਾਇਰਮੈਂਟ ਦੇ ਅਗੇਂਸਟ ਵਾਲੀ ਚੀਜ਼ਾਂ ਦਾ ਆਪਾਂ ਨੂੰ ਘੱਟੋ ਘੱਟ ਕਰਨਾ ਚਾਹੀਦਾ ਹੈ। ਇਸ ਤੋਂ ਆਪਾਂ ਤਾਂ ਹੀ ਆਪਣੀ ਆਹ ਚੀਜ਼ਾਂ ਐਕਟੀਵਿਟੀਜ਼ ਕਰਨ ਨਾਲ ਹੀ ਕੀ ਹੋਏਗਾ, ਜਿਹੜੀ ਫਿਊਚਰ ਜਨਰੇਸ਼ਨ ਹੈ ਉਹਨੇ ਲਈ ਆਹ ਪਲੈਨਟ ਰਹਿਣ ਜੋਗਾ ਬਣ ਸਕੇਗਾ। ਐਂਡ all African wisdom say that the earth is not our, it is a treasure we hold in trust for our descendant। ਔਰ ਇੱਕ ਪੁਰਾਣੀ ਕਹਾਵਤ ਅਫਰੀਕਾ ਦੀ ਕਹਾਵਤ ਹੈ ਕਿ ਜਿਹੜੀ ਆ ਅਰਥ ਹੈਗਾ, ਅਰਥ ਇਜ਼ ਸਾਡੀ ਨਹੀਂ ਹੈਗੀ ਹੈ, ਅਰਥ ਇਜ਼ ਫਿਊਚਰ ਲਈ ਜਿਹੜੀ ਜਨਰੇਸ਼ਨ ਆਉਣ ਵਾਲੀ ਨਵੀਂ ਜਨਰੇਸ਼ਨ ਹੈ ਉਹਨਾਂ ਦੀ ਵਿਰਾਸਤ ਹੈਗੀ ਸਾਡੇ ਕੋਲ, ਅਤੇ ਸਾਨੂੰ ਇਸ ਨੂੰ ਬਚਾ ਕੇ ਰੱਖਣਾ ਚਾਹੀਦਾ ਹੈਗਾ। ਦਿਸ ਪ੍ਰੋਬਲਮ ਐਂਡ ਟਾਸਕ ਅਫੈਕਟ ਐਵਰੀਡੇ ਲਾਈਫਸ ਆਫ ਓਵਰ ਪੀਪਲ। ਜਿਹੜੀ ਆ ਪ੍ਰੋਬਲਮਸ ਆ ਰਹੀ ਹੈ, ਜਿਹੜੇ ਇਫੈਕਟ ਹੋ ਰਹੇ ਉਹ ਸਾਡੀ ਜ਼ਿੰਦਗੀ ਦੇ ਵਿੱਚ ਰੋਜ਼ਾਨਾ ਹੀ ਆਉਂਦੇ ਹੈਗੇ। ਦੇਅਰਫੋਰ ਵੀ ਹੈਵ ਨੋ ਰਾਈਟ ਟੂ ਡਿਸਟਰੋਏ ਆਵਰ ਚਿਲਡਰਨਸ ਹੈਰੀਟੇਜ, ਵੀ ਮਸਟ ਪ੍ਰੀਜ਼ਰਵ ਇਟ ਵਿਦ ਕੇਅਰ ਬਟ ਵੀ ਆਰ ਡੂਇੰਗ ਅਪੋਜ਼ਿਟ ਆਫ ਇਟ। ਅਤੇ ਇਸ ਲਈ ਉਹ ਕੋਫੀ ਐਨਨ ਕਹਿੰਦੇ ਹੈ ਕਿ ਆਪਾਂ ਨੂੰ ਇਸ ਚੀਜ਼ ਦਾ ਕੋਈ ਅਧਿਕਾਰ ਨਹੀਂ ਹੈ ਕਿ ਆਪਣੇ ਆਉਣ ਵਾਲੇ ਬੱਚਿਆਂ ਲਈ ਜਾਂ ਆਪਣੇ ਆਉਣ ਵਾਲੇ ਬੱਚਿਆਂ ਦੀ ਵਿਰਾਸਤ, ਹੈਰੀਟੇਜ ਦਾ ਮਤਲਬ ਹੁੰਦਾ ਵਿਰਾਸਤ, ਵੀ ਮਸਟ ਪ੍ਰੀਜ਼ਰਵ ਇਨ, ਉਹਨਾਂ ਲਈ ਆਪਾਂ ਨੂੰ ਬਚਾ ਕੇ ਰੱਖਣਾ ਚਾਹੀਦਾ। ਪਰ ਆਪਾਂ ਲੋਕ ਕੀ ਕਰ ਰਹੇ ਹੈਗੇ, ਬਟ ਵੀ ਆਰ ਡੂਇੰਗ ਅਪੋਜ਼ਿਟ ਆਫ ਡੈਟ। ਉਹਦੇ ਅਗੇਂਸਟ ਕੀ ਕਰ ਰਿਹਾ, ਅਸੀਂ ਇਨਵਾਇਰਮੈਂਟ ਦੇ ਨਾਲ ਖਿਲਾਫ ਕਰਦੇ ਹੈਗੇ, ਹੈ ਨਾ। ਵੀ ਹੈਵ ਟੂ ਬੀ preserve the environment for our youngsters। In the end, Kofi Annan say that United Nations has a significant role to play to solve this problem।
ਅੰਤ ਵਿੱਚ ਕੋਫੀ ਐਨਨ ਕਹਿੰਦਾ ਯੂਨਾਈਟਿਡ ਨੇਸ਼ਨ ਨੂੰ ਇਸ ਤਰ੍ਹਾਂ ਦੀ ਸਾਰੀ ਪ੍ਰੋਬਲਮ ਨੂੰ ਸੋਲਵ ਕਰਨ ਲਈ ਇੱਕ ਬਹੁਤ ਹੀ ਮਹੱਤਵਪੂਰਨ ਰੋਲ ਸਿਗਨੀਫਿਕੈਂਟ ਮੀਨ ਮਹੱਤਵਪੂਰਨ ਰੋਲ ਅਪਣਾਉਣਾ ਚਾਹੀਦਾ ਹੈ। ਯੂਨਾਈਟਿਡ ਨੇਸ਼ਨ founded in the name of the we the people, so we must listen to them। ਯੂਨਾਈਟਿਡ ਨੇਸ਼ਨ ਜਿਹੜਾ ਹੈਗਾ ਉਹ ਬਣਾਇਆ ਹੀ ਕਿ ਪੀਪਲਸ ਲਈ, ਆਮ ਲੋਕਾਂ ਲਈ ਬਣਾਇਆ ਗਿਆ ਹੈ ਅਤੇ ਉਹਨਾਂ ਦੀ ਪ੍ਰੋਬਲਮਸ ਨੂੰ ਆਪਾਂ ਨੂੰ ਸ਼ੇਅਰ ਕਰਨਾ ਚਾਹੀਦਾ। ਦੇ ਆਰ ਟੈਲਿੰਗ ਅਸ ਡੈਟ ਆਵਰ ਪਾਸਟ ਅਚੀਵਮੈਂਟਸ ਆਰ ਨਾਟ ਐਫਰਟ। ਉਹ ਕਹਿੰਦੇ ਜਿੰਨਾ ਕਿ ਅਸੀਂ ਕੋਸ਼ਿਸ਼ਾਂ ਪਿਛਲੇ ਕੁਝ ਸਮਿਆਂ ਵਿੱਚ ਕੀਤੀਆਂ ਹੈਗੀਆਂ ਉਹ ਬਹੁਤ ਨਹੀਂ ਹੈ। ਵੀ ਮਸਟ ਡੂ ਮੋਰ ਐਂਡ ਡੂ ਇਟ ਬੈਟਰ। ਸਾਨੂੰ ਇਹਦੇ ਲਈ ਹੋਰ ਮਿਹਨਤ ਕਰਨੀ ਪਏਗੀ ਅਤੇ ਵੀ ਹੈਵ ਟੂ ਡੂ ਮਚ ਬੈਟਰ ਫਰੋਮ ਦਾ ਪਾਸਟ ਵਨ। ਠੀਕ, ਵੀ ਮਚ ਡੂ ਬੈਟਰ ਫੋਰ ਦਾ ਪਾਸਟ ਵਨ। ਇਹ ਆ ਬੇਟੇ ਜੀ ਇਸ ਤਰ੍ਹਾਂ ਇਹ ਕੋਫੀ ਐਨਨ ਨੇ ਦੀ ਜਿਹੜੀ ਸਪੀਚ ਹੈਗੀ ਆ ਉਹਦੀ ਪੂਰੀ ਪਾਰਟ ਦੀ ਸਮਰੀ ਹੈਗੀ ਆ। ਨੈਕਸਟ ਪਾਰਟ ਵਿੱਚ ਵੀਡੀਓ ਵਿੱਚ ਤੁਹਾਡੇ ਇਸ ਕੁਐਸਚਨ ਪਾਰਟ 'ਤੇ ਕੁਐਸਚਨ ਆਨਸਰ ਡਿਸਕਸ ਕੀਤੇ ਜਾਣਗੇ। ਥੈਂਕ ਯੂ।